ਕਾਂਗਰਸ 'ਚ ਹੋਣ ਕੀ ਜਾ ਰਿਹਾ ਜੋ ਖੁਸ਼ਖਬਰੀ ਆਉਣੀ ਹੈ ਉਹਦਾ ਐਲਾਨ ਕਦੋਂ ਹੋ ਸਕਦਾ ਹੈ? ਦੇਖੋ, ਖੁਸ਼ਖਬਰੀ ਸ਼ਬਦ ਜਿਹੜਾ ਵਰਤਿਆ ਉਹਨਾਂ ਨੇ ਉਹ ਆਪਣੇ ਆਪ 'ਚ ਬਹੁਤ ਕੁਝ ਕਹਿ ਰਿਹਾ। ਦੇਖੋ, ਇੱਕ ਤਾਂ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਕਾਂਗਰਸੀਆਂ ਦੇ ਚਿਹਰੇ ਤੇ ਚਿੰਤਾ, ਕਾਂਗਰਸੀ ਉਦਾਸ ਨੇ, ਉਹਨਾਂ ਦੇ ਚਿਹਰੇ ਤੇ ਚਿੰਤਾ, ਸਾਰੇ ਪਾਸੇ ਹੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਕੀ ਹੋਏਗਾ। ਰਾਜਨੀਤੀ ਕਦੇ ਅਲਟੀਮੇਟ ਹੁੰਦੀ ਹੋਈ ਨਹੀਂ ਆ। ਅਲਟੀਮੇਟ ਵੈਸੇ ਕੁਝ ਵੀ ਨਹੀਂ ਹੁੰਦਾਗਾ, ਪਰ ਰਾਜਨੀਤੀ 'ਚ ਬਿਲਕੁਲ ਹੀ ਨਹੀਂ ਹੁੰਦਾ, ਕਿਉਂਕਿ ਰਾਜਨੀਤੀ 'ਚ ਇੱਕ ਮੌਕਾ, ਇੱਕ ਸਰਕਮਸਟਾਂਸ, ਇੱਕ ਕੋਈ ਚੀਜ਼ ਇੱਕ ਫੈਸਲੇ ਨੂੰ ਬਦਲ ਦਿੰਦੀ ਹੈ। ਤੇ ਉਹਨਾਂ 'ਚ ਕੋਈ ਐ ਨਹੀਂ ਬਹੁਤ ਉਤਸ਼ਾਹ ਨਾਲ ਕਿਸੇ ਕਾਂਗਰਸੀ ਦਾ ਫੋਨ ਨਹੀਂ ਸੁਣੋਗੇ, ਬਹੁਤ ਉਤਸ਼ਾਹ ਨਾਲ ਉਹਨਾਂ ਨੂੰ ਦੇਖੋਗੇ ਨਹੀਂ, ਕੋਈ ਕਾਂਗਰਸੀ ਉਤਸ਼ਾਹ 'ਚ ਨਹੀਂ ਹੈ। ਇਸੇ ਕਰਕੇ ਉਹ ਕਹਿ ਰਿਹਾ ਖੁਸ਼ਖਬਰੀ ਆਊਗੀ। ਤਾਂ ਪਰਦੇ ਦੇ ਪਿੱਛੇ ਵੀ ਬਹੁਤ ਸਾਰਾ ਕੁਝ ਦਿੱਲੀ ਹੋ ਰਿਹਾ ਤੇ ਪਰਦੇ ਦੇ ਪਿੱਛੇ ਬਹੁਤ ਸਾਰਾ ਕੁਝ ਚੰਡੀਗੜ੍ਹ ਵੀ ਹੋ ਰਿਹਾ। ਪਰ ਇੱਕ ਗੱਲ ਤੈਅ ਹੈ ਕਿ ਸਾਰੇ ਕਾਂਗਰਸੀ ਉਦਾਸ ਨੇ, ਫਿਕਰਮੰਦ ਨੇ, ਚਿੰਤਾ 'ਚ ਨੇ। ਖੁਸ਼ਖਬਰੀ ਨੂੰ ਕੋਈ ਉਦਾਸੀ 'ਚ ਬਦਲਣ ਵਾਲਾ ਵੀ ਬੈਠਾ ਹੋਏਗਾ ਕਿ ਇਸ ਖੁਸ਼ਖਬਰੀ ਦੇ ਅੰਦਰ ਕੋਈ ਉਦਾਸੀ ਵੀ ਛਾ ਸਕਦੀ ਹੈ। ਰਾਜਨੀਤੀ 'ਚ ਨਹੀਂ ਹੁੰਦਾ। ਜੋ ਰਾਜਨੇਤਾ ਸੋਚ ਰਿਹਾ, ਜੋ ਰਾਹੁਲ ਸੋਚ ਰਿਹਾ, ਸੋਨੀਆ ਸੋਚ ਰਿਹਾ, ਚੀਜ਼ਾਂ ਉਸੇ ਤਰੀਕੇ ਨਾਲ ਡਿਵੈਲਪ ਹੋਣੀਆਂ। ਚੀਜ਼ਾਂ ਬਿਲਕੁਲ ਉਹ ਤੋਂ ਉਲਟ ਡਿਵੈਲਪ ਹੋ ਸਕਦੀਆਂ ਨੇ। ਜੋ ਕੈਪਟਨ ਸੋਚ ਰਿਹਾ ਉਹ ਤੋਂ ਬਿਲਕੁਲ ਉਲਟ ਹੋ ਸਕਦੀਆਂ ਨੇ। ਜੋ ਸਿੱਧੂ ਸੋਚ ਰਿਹਾ ਉਹਦੇ ਤੋਂ ਬਿਲਕੁਲ ਉਲਟ ਹੋ ਸਕਦੀਆਂ ਨੇ। ਮੰਨ ਲਓ ਪ੍ਰਧਾਨਗੀ ਵਾਲੇ ਜਿਵੇਂ ਸੋਰਸ ਕਹਿ ਰਹੇ ਨੇ ਕਿ ਉਹ ਬਣਨਗੇ, ਉਸ ਤੋਂ ਬਾਅਦ ਦੀ ਸਿਚੁਏਸ਼ਨ ਕੀ ਹੋਏਗੀ ਇਹ ਵੀ ਬੜੀ ਇੰਪੋਰਟੈਂਟ ਹੋਏਗੀ। ਚਿੰਤਾ ਕਹਿੰਦੇ ਚਿਤਾ ਸਮਾਨ ਹੁੰਦੀ ਹੈ, ਤੇ ਕਾਂਗਰਸ ਉਸ ਚਿਤਾ 'ਚ ਹੀ ਜਲ ਜਾਏਗੀ ਜਾਂ ਕਾਂਗਰਸ ਦਾ ਰਿਵਾਈਵਲ ਹੋਏਗਾ। ਜਿਵੇਂ ਕੋਈ ਕਹਿ ਰਿਹਾ ਕਿ ਵਿਜੇਂਦਰ ਸਿੰਗਲਾ ਨੂੰ ਜੇ ਪ੍ਰਧਾਨ ਕਾਰਜਕਾਰੀ ਲਾਇਆ ਜਾਏਗਾ, ਜੇ ਉਹਨਾਂ ਨੇ ਵਾਕਈ ਕੰਮ ਕਰਨਾ, ਕੀ ਉਹ ਮੰਤਰੀ ਰਹਿਣਗੇ? ਮਤਲਬ ਆਖਰੀ ਸੱਚ ਕਿਸੇ ਕੋਲ ਨਹੀਂ ਆ। ਵੈਸੇ ਤਾਂ ਆਖਰੀ ਸੱਚ ਕੋਈ ਹੁੰਦਾ ਹੀ ਨਹੀਂ, ਬੰਦਾ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ। ਆਖਰੀ ਸੱਚ ਕੋਈ ਨਹੀਂ ਹੁੰਦਾ ਦੁਨੀਆ ਤੇ, ਪਰ ਆਖਰੀ ਸੱਚ ਦੀ ਭਾਲ 'ਚ ਸਾਰੇ ਲੱਗੇ ਹੋਏ ਨੇ। ਤੇ ਉਹ ਆਖਰੀ ਸੱਚ, ਜਿਵੇਂ ਕਹਿੰਦੇ ਨਾ, ਉਹ ਕਸਤੂਰੀ ਲੱਭਣ ਲੱਗਿਆ ਹੁੰਦਾ ਹਿਰਨ, ਤੇ ਉਹ ਆਪ ਹੀ ਉਹ ਹਾਲ ਆ ਕਾਂਗਰਸ ਦਾ। ਸਾਰੇ ਕਸਤੂਰੀ ਲੱਭਣ ਲੱਗੇ ਹੋਏ ਨੇ। ਕਾਂਗਰਸੀਆਂ ਦੇ ਸਿੰਘ ਵੀ ਐਂ ਫਸੇ ਹੋਏ ਨੇ। ਹੁਣ ਕਾਂਗਰਸੀਆਂ ਦੇ ਸਿੰਘ ਨਿਕਲਦੇ ਆ, ਜਾਂ ਫਸੇ ਰਹਿਣਗੇ ਜਾਂ ਹੋਰ ਫਸ ਜਾਣਗੇ। ਇੱਕ ਥਾਂ ਦੇ ਉੱਤੇ ਇਹਨਾਂ ਨੇ ਸਾਰਿਆਂ ਨੇ ਸਹੁੰ ਖਾਧੀ ਕੈਪਟਨ ਦੇ ਖਿਲਾਫ, ਮੁੜ ਕੇ ਉਹ ਸਹੁੰ ਟੁੱਟ ਗਈ। ਰਾਜਨੀਤੀ ਦੀਆਂ ਸਹੁੰ ਕੋਈ ਪੱਕੀਆਂ ਸਹੁੰ ਨਹੀਂ ਹੁੰਦੀਆਂ। ਤਾਂ ਗਾਂਧੀ ਪਰਿਵਾਰ ਦਾ ਧਿਆਨ ਬਾਕੀ ਸੂਬਿਆਂ 'ਤੇ ਹੋਏਗਾ, ਪੂਰਾ ਇੰਟਰਸਟ ਉਹਨਾਂ ਦਾ ਪੰਜਾਬ 'ਚ ਨਹੀਂ ਹੋਏਗਾ। ਉਹਨਾਂ ਨੇ ਉੱਤਰ ਪ੍ਰਦੇਸ਼ 'ਤੇ ਹੀ ਫੋਕਸ ਕਰਨਾ, ਉੱਤਰਾਖੰਡ 'ਤੇ ਕਰਨਾ, ਗੋਆ 'ਤੇ ਕਰਨਾ, ਹੋਰ ਰਾਜਾਂ 'ਤੇ ਵੀ ਕਰਨਾ। ਕਿਸੇ ਨੇ ਬੜਾ ਵਧੀਆ ਜੋਕ ਕੱਲ ਫੇਸਬੁੱਕ 'ਤੇ ਸੁਣਾਇਆ ਹੋਇਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਬਾਕੀ ਪਾਰਟੀਆਂ ਸਰਕਾਰ ਬਣਾਉਣ ਲਈ ਬੁਲਾਉਂਦੀਆਂ ਨੇ ਤੇ ਕਾਂਗਰਸ ਬਚਾਉਣ ਲਈ ਬੁਲਾਉਂਦੀ ਹੈ। ਪੰਜਾਬ ਕਾਂਗਰਸ 'ਚ ਕਦੋਂ ਹੋਵੇਗਾ ਬਦਲਾ? ਹਰੀਸ਼ ਰਾਵਤ ਜਿਸ ਖੁਸ਼ਖਬਰੀ ਦੀ ਗੱਲ ਕਰਦੇ ਨੇ ਉਹ ਕਿਹੜੀ ਖੁਸ਼ਖਬਰੀ ਹੈ ਤੇ ਇਸ ਦਾ ਐਲਾਨ ਕਦੋਂ ਹੋ ਸਕਦਾ ਹੈ? ਕਾਂਗਰਸ ਦੀ ਹੀ ਰਾਜਨੀਤੀ ਨੂੰ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਕਾਂਗਰਸ 'ਚ ਹੋਣ ਕੀ ਜਾ ਰਿਹਾ ਜੋ ਖੁਸ਼ਖਬਰੀ ਆਉਣੀ ਹੈ ਉਹਦਾ ਐਲਾਨ ਕਦੋਂ ਹੋ ਸਕਦਾ ਹੈ? ਦੇਖੋ, ਖੁਸ਼ਖਬਰੀ ਸ਼ਬਦ ਜਿਹੜਾ ਵਰਤਿਆ ਉਹਨਾਂ ਨੇ ਉਹ ਆਪਣੇ ਆਪ 'ਚ ਬਹੁਤ ਕੁਝ ਕਹਿ ਰਿਹਾ। ਸ਼ਬਦ ਬਹੁਤ ਕੁਝ ਕਹਿੰਦੇ ਹੁੰਦੇ ਨੇ, ਸਮਝਣ ਵਾਲੇ ਨੂੰ ਸਮਝ ਆਉਣੇ ਚਾਹੀਦੇ ਨੇ ਜੀ। ਸ਼ਬਦਾਂ ਨੂੰ ਜੇ ਡੀਕੋਡ ਕਰਨਾ ਹੋਵੇ, ਕਹਿੰਦੇ ਆ ਜੇ ਕਿਸੇ ਬੰਦੇ ਨੂੰ ਫੜਨਾ ਹੋਵੇ, ਜੇ ਕਿਸੇ ਕੌਮ ਨੂੰ ਸਮਝਣਾ ਹੋਵੇ, ਜੇ ਕਿਸੇ ਮੁਲਕ ਨੂੰ ਸਮਝਣਾ ਹੋਵੇ, ਉਹਦੀ ਭਾਸ਼ਾ 'ਚੋਂ ਸਮਝਿਆ ਜਾਂਦਾ ਹੈ। ਬੰਦਾ ਵੀ ਭਾਸ਼ਾ 'ਚੋਂ ਸਮਝਿਆ ਜਾਂਦਾ ਹੈ ਤੇ ਕੌਮਾਂ ਵੀ। ਜਿਹੜਾ ਉਹਨਾਂ ਦਾ ਸ਼ਬਦ ਆ ਇਹ ਜਾਂ ਉਹਨਾਂ ਦੀ ਭਾਸ਼ਾ ਜੀ, ਉਹ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਕਰ ਰਹੀ ਹੈ ਕਿ ਕਾਂਗਰਸ ਕੁਝ ਨਵਾਂ ਹੋਣ ਜਾ ਰਿਹਾ ਹੈ। ਯਾਨੀ ਕਾਂਗਰਸ ਜੋ ਉਦਾਸੀ ਹੈ, ਜੋ ਕਾਂਗਰਸ ਇੱਕ ਨਿਰਾਸ਼ ਬੈਠੀ ਹੈ, ਜੋ ਕਾਂਗਰਸ ਨੂੰ ਲੱਗਦਾ ਪਤਾ ਨਹੀਂ ਕੀ ਹੋਏਗਾ, ਇਹਦਾ ਮਤਲਬ ਕੁਝ ਅਜਿਹਾ ਹੋਏਗਾ ਜਿਹੜਾ ਕੁਝ ਨਵਾਂ ਹੋਏਗਾ। ਖੁਸ਼ਖਬਰੀ ਸ਼ਬਦ ਨੂੰ ਜੇ ਡੀਕੋਡ ਕਰੀਏ ਉਹਦੇ ਮਾਇਨੇ ਇਹ ਨੇ। ਤਾਂ ਹਰੀਸ਼ ਰਾਵਤ ਇਹ ਸੰਕੇਤ ਦੇ ਰਹੇ ਨੇ ਨਵਾਂ ਕੀ ਹੋਣ ਜਾ ਰਿਹਾ ਕਾਂਗਰਸ ਦੇ ਅੰਦਰ, ਉਹਦੇ ਸੰਕੇਤ ਉਹਨਾਂ ਨੇ ਦੇ ਦਿੱਤੇ ਆ ਕਿ 2-3 ਦਿਨਾਂ 'ਚ ਹੋਏਗਾ, ਯਾਨੀ ਨਵਾਂ ਹੋਏਗਾ। ਜਿਹੜੇ ਸਾਡੇ ਸੋਰਸ ਦੱਸਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਰਿਹਾ, ਨਾਲ ਉਹਨਾਂ ਦੇ 2 ਕਾਰਜਕਾਰੀ ਪ੍ਰਧਾਨ ਹੋਣਗੇ ਜਿਨ੍ਹਾਂ ਦੇ ਨਾਮ ਬਦਲਦੇ ਰਹਿੰਦੇ ਨੇ। ਚੌਧਰੀ ਸੰਤੋਖ ਦਾ ਨਾਮ ਵੀ ਚੱਲ ਰਿਹਾ ਦੁਆਬਾ ਤੋਂ, ਦੂਜੇ ਪਾਸੇ ਵਿਜੇਂਦਰ ਸਿੰਗਲਾ ਦਾ ਨਾਂ ਚੱਲਦਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਕਾਂਗਰਸ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਲਗਾਤਾਰ ਮੀਟਿੰਗਾਂ ਹੋਈਆਂ ਨੇ, ਲਗਾਤਾਰ ਚਰਚਾਵਾਂ ਹੋਈਆਂ ਨੇ। ਕਾਂਗਰਸ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਕਦੇ ਕੋਈ ਇਹੋ ਜਿਹਾ ਕੋਈ ਸ਼ਬਦ ਨਾ ਅੱਗੇ ਆਵੇ, ਕੋਈ ਇਹੋ ਜਿਹੀ ਭਾਸ਼ਾ ਅੱਗੇ ਨਾ ਆਵੇ, ਕੋਈ ਇਹੋ ਜਿਹੀ ਗੱਲ ਅੱਗੇ ਨਾ ਆਵੇ, ਕੋਈ ਇਹੋ ਜਿਹਾ ਐਕਸ਼ਨ ਅੱਗੇ ਨਾ ਆਵੇ ਜਿਹਦੇ ਨਾਲ ਚੀਜ਼ਾਂ ਠੀਕ ਹੋਣ ਦੀ ਥਾਂ ਵਿਗੜ ਜਾਣ। ਹਾਈ ਕਮਾਨ ਨੂੰ ਇਹ ਲੱਗਦਾ, ਜਿਵੇਂ ਇੱਕ ਗੱਲ ਆਪਾਂ ਅਕਸਰ ਕਹਿੰਦੇ ਹਾਂ ਕਿ ਹਾਈ ਕਮਾਨ ਦਾ ਇੰਟਰਸਟ ਕੈਪਟਨ ਤੇ ਸਿੱਧੂ ਨਹੀਂ ਹੈ, ਹਾਈ ਕਮਾਨ ਦਾ ਇੰਟਰਸਟ ਕਾਂਗਰਸ ਹੈ। ਤੇ ਉਹਨਾਂ ਨੇ ਕਾਂਗਰਸ ਦੇਖਣਾ, ਕਾਂਗਰਸ ਆਰਗੇਨਾਈਜੇਸ਼ਨ, ਕਾਂਗਰਸ ਦੀ ਅਗਲੀ ਸਰਕਾਰ ਕਿਵੇਂ ਬਣੇਗੀ ਇਹ ਉਹਨਾਂ ਦਾ ਮੰਨਣਾ ਹੋਏਗਾ। ਬਾਕੀ ਪਾਰਟੀਆਂ ਨੂੰ ਲੱਗਦਾ ਅਸੀਂ ਸਰਕਾਰ ਬਣਾਵਾਂਗੇ, ਪਰ ਉਹਨਾਂ ਨੂੰ ਲੱਗਦਾ ਅਗਲੀ ਸਰਕਾਰ ਕਿਵੇਂ ਬਣਾਈਏ। ਹਰ ਪਾਰਟੀ ਨੂੰ ਲੱਗਦਾ, ਉਹਨਾਂ ਨੂੰ ਇਹ ਵੀ ਲੱਗਦਾ ਕਿ ਕਾਂਗਰਸ ਦੀ ਜਥੇਬੰਦੀ ਨੂੰ ਮਜ਼ਬੂਤ ਕਿਵੇਂ ਕਰੀਏ। ਉਹਨੂੰ ਦੇਖਦਿਆਂ ਹੀ ਜਿਹੜੇ ਫੈਸਲਿਆਂ 'ਚ ਦੇਰੀ ਵੀ ਹੋ ਰਹੀ ਹੈ,
ਕਿਉਂਕਿ ਜਦੋਂ ਇੱਕ ਡਿਸੀਜਨ ਹੁੰਦਾ, ਕੋਈ ਵੀ ਡਿਸੀਜਨ ਅਸਲ 'ਚ ਅਲਟੀਮੇਟ ਨਹੀਂ ਹੁੰਦਾ। ਰਾਜਨੀਤੀ ਕਦੇ ਅਲਟੀਮੇਟ ਹੁੰਦੀ ਹੋਈ ਨਹੀਂ ਹੈ। ਅਲਟੀਮੇਟ ਵੈਸੇ ਕੁਝ ਵੀ ਨਹੀਂ ਹੁੰਦਾਗਾ, ਪਰ ਰਾਜਨੀਤੀ 'ਚ ਬਿਲਕੁਲ ਹੀ ਨਹੀਂ ਹੁੰਦਾ, ਕਿਉਂਕਿ ਰਾਜਨੀਤੀ 'ਚ ਇੱਕ ਮੌਕਾ, ਇੱਕ ਸਰਕਮਸਟਾਂਸ, ਇੱਕ ਕੋਈ ਚੀਜ਼ ਇੱਕ ਫੈਸਲੇ ਨੂੰ ਬਦਲ ਦਿੰਦੀ ਹੈ। ਯਾਨੀ ਮੰਨ ਲਓ ਕੁਝ ਤੈਅ ਕੀਤਾ ਗਿਆ, ਨਾਲ ਦੀ ਨਾਲ ਕੋਈ ਨਵੀਂ ਚੀਜ਼ ਡਿਵੈਲਪ ਹੋ ਗਈ, ਤੁਹਾਨੂੰ ਅਗਲੇ ਫੈਸਲੇ ਉਸ ਨਵੀਂ ਡਿਵੈਲਪਮੈਂਟ ਦੇ ਮੁਤਾਬਕ ਲੈਣੇ ਪੈਣਗੇ। ਨਵੀਆਂ ਡਿਵੈਲਪਮੈਂਟਾਂ ਕੀ ਹੁੰਦੀਆਂ ਨੇ? ਕਦੇ G23 ਦੇ ਲੀਡਰ ਜਾ ਕੇ ਮਿਲੇ ਨੇ, ਕਹਿੰਦੇ ਸੋਨੀਆ ਨੂੰ, ਰਾਹੁਲ ਨੂੰ ਇੱਕ ਮੈਸੇਜ ਦਿੱਤਾ ਉਹਨਾਂ ਨੇ, G23 ਦੇ ਲੀਡਰਾਂ ਨੇ। ਜਿਹੜਾ ਗਰੁੱਪ ਤੇਜੀ 'ਚ ਮਨੀਸ਼ ਤਿਵਾੜੀ ਵੀ ਨੇ, ਕਪਿਲ ਸਿੱਬਲ ਸੀਗੇ, ਜਿਹਦੇ 'ਚੋਂ ਕਮਲਨਾਥ ਵੀ ਇੱਥੋਂ ਤੱਕ ਕਿ ਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਜਾ ਕੇ ਕੈਪਟਨ ਦੀ ਬੈਟਿੰਗ ਕਰਕੇ ਆਏ ਨੇ, ਪ੍ਰਸ਼ਾਂਤ ਕਿਸ਼ੋਰ ਵੀ ਕੈਪਟਨ ਦੀ ਬੈਟਿੰਗ ਕਰਕੇ ਆਏ ਨੇ। ਯਾਨੀ ਕਿ ਕੈਪਟਨ ਦੇ ਮੁਤਾਬਕ ਹੀ ਕਾਂਗਰਸ ਨੂੰ ਚਲਾਓ। ਜੇ ਪੰਜਾਬ 'ਚ ਕਾਂਗਰਸ ਨੂੰ ਦੁਬਾਰਾ ਕ੍ਰੀਏਟ ਕਰਨਾ ਜਾਂ ਕਾਂਗਰਸ ਨੂੰ ਠੀਕ ਰੱਖਣਾ ਪੰਜਾਬ 'ਚ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਕ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਪਰ ਬਹੁਤ ਸਾਰੀ ਰਣਨੀਤੀ ਹਾਈਕਮਾਨ ਦੀ ਆਪਣੀ ਆ, ਹਾਈਕਮਾਨ ਨੇ ਆਪਣੇ ਤਰੀਕੇ ਨਾਲ ਦੇਖਣਾ। ਉਹਨਾਂ ਨੂੰ ਇਹ ਵੀ ਲੱਗਦਾ ਕਿ ਸਿੱਧੂ ਸਾਡੇ ਤੋਂ ਭੱਜ ਨਾ ਜਾਵੇ, ਕਿਉਂਕਿ ਆਪ ਤੇ ਜਿਹੜੇ ਟਵੀਟ ਆਏ ਨੇ, ਵੈਸੇ ਤਾਂ ਸਿੱਧੂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਆਪ ਵਾਲੇ ਵੀ ਮੇਰੇ ਗੁਣ ਗਾਉਂਦੇ ਨੇ, ਪਰ ਉਹਦੇ ਮਤਲਬ ਹੋਰ ਤਰ੍ਹਾਂ ਨਿਕਲੇ ਕਿ ਸਿੱਧੂ ਕਿਤੇ ਆਪ ਤਾਂ ਨਹੀਂ ਜਾ ਰਹੇ, ਕਿਤੇ ਸਿੱਧੂ ਆਪ ਦੇ ਨੇੜੇ ਤਾਂ ਨਹੀਂ, ਕਿਤੇ ਸਿੱਧੂ ਦੀ ਆਪ ਨਾਲ ਗੱਲ ਤਾਂ ਨਹੀਂ ਚੱਲ ਰਹੀ। ਉਹ ਹੋ ਸਕਦਾ ਸਿੱਧੂ ਦੀ ਵੀ ਇੱਕ ਰਣਨੀਤੀ ਹੋਵੇ ਕਿ ਜਦੋਂ ਇਸ ਤਰ੍ਹਾਂ ਦਾ ਕੀਤਾ ਤਾਂ ਇੱਕ ਪ੍ਰੈਸ਼ਰ ਬਿਲਡ ਹੁੰਦਾ ਹੈਗਾ ਕਿ ਅਗਰ ਕੋਈ ਫੈਸਲੇ ਲੈਣੇ ਆ ਤਾਂ ਮੇਰੇ ਮੁਤਾਬਕ ਹੀ ਲਏ ਜਾਣ ਜਾਂ ਕੋਈ ਸਾਂਝੇ ਫੈਸਲੇ ਲਏ ਜਾਣ। ਤੇ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ। ਬਹੁਤ ਸਾਰੇ ਦੇਖੋ, ਜਿਵੇਂ ਆਪਾਂ ਸ਼ੁਰੂ ਤੋਂ ਕਹਿੰਦੇ ਆ, ਦੋਵੇਂ ਗਰੁੱਪਾਂ ਦੇ ਸੋਰਸ, ਚਾਹੇ ਕੈਪਟਨ CM ਵਾਲੇ ਪਾਸੇ ਨੇ, ਚਾਹੇ ਦੂਜੇ ਪਾਸੇ ਦੇ ਨੇ, ਦੋਵਾਂ ਪਾਸੇ ਸਾਡੀ ਗੱਲ ਹੁੰਦੀ ਹੈ। ਦੋਵੇਂ ਪਾਸੇ ਵਾਲੇ, ਚਾਹੇ AICC 'ਚ ਲੋਕ ਨੇ, ਦੋਵੇਂ ਪਾਸੇ ਵਾਲੇ ਆਪਣੇ ਆਪਣੇ ਦਾਅਵੇ ਠੋਕ ਰਹੇ ਨੇ। ਦੋਵੇਂ ਕਹਿੰਦੇ ਆ ਕਿ ਚੀਜ਼ਾਂ ਐ ਹੋਣਗੀਆਂ, ਉਹਨਾਂ ਨੂੰ ਲੱਗਦਾ ਚੀਜ਼ਾਂ ਐ ਨਹੀਂ ਹੋਣਗੀਆਂ, ਦੂਜਿਆਂ ਨੂੰ ਲੱਗਦਾ ਐਵੇਂ ਹੋਣਗੀਆਂ। ਤਾਂ ਬਹੁਤ ਸਾਰੀ ਖਾਨਾ ਜੰਗੀ ਚੱਲੀ ਹੋਈ ਆ ਕਾਂਗਰਸ 'ਚ। ਉਸ ਖਾਨਾ ਜੰਗੀ 'ਚੋਂ ਹੁਣ ਨਿਕਲਦਾ ਕੀ ਹੈਗਾ ਉਹ ਬੜੀ ਜਲਦੀ ਪਤਾ ਲੱਗੇਗਾ, ਪਰ ਉਹ ਲੜਾਈ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰਕੇ ਸਹੀ ਦਿਸ਼ਾ 'ਚ ਲਿਜਾਇਆ ਜਾਵੇ ਕਾਂਗਰਸ ਨੂੰ, ਇਹ ਗਾਂਧੀ ਪਰਿਵਾਰ ਬੈਠਾ ਸੋਚ ਰਿਹਾ। ਉਹ ਕਿਵੇਂ ਜਾਏਗੀ ਕਿਵੇਂ ਨਹੀਂ ਜਾਏਗੀ ਜ਼ਰੂਰੀ ਨਹੀਂ ਆ, ਤੁਸੀਂ ਫੈਸਲਾ ਲਓਗੇ ਉਸੇ ਤਰੀਕੇ ਨਾਲ। ਰਾਜਨੀਤੀ 'ਚ ਨਹੀਂ ਹੁੰਦਾ, ਜੋ ਰਾਜਨੇਤਾ ਸੋਚ ਰਿਹਾ, ਜੋ ਰਾਹੁਲ ਸੋਚ ਰਿਹਾ, ਸੋਨੀਆ ਸੋਚ ਰਹੇ, ਚੀਜ਼ਾਂ ਉਸੇ ਤਰੀਕੇ ਨਾਲ ਡਿਵੈਲਪ ਹੋਣੀਆਂ। ਚੀਜ਼ਾਂ ਬਿਲਕੁਲ ਉਹ ਤੋਂ ਉਲਟ ਡਿਵੈਲਪ ਹੋ ਸਕਦੀਆਂ ਨੇ। ਜੋ ਕੈਪਟਨ ਸੋਚ ਰਿਹਾ ਉਹ ਤੋਂ ਬਿਲਕੁਲ ਉਲਟ ਹੋ ਸਕਦੀਆਂ ਨੇ, ਜੋ ਸਿੱਧੂ ਸੋਚ ਰਿਹਾ ਉਹਦੇ ਤੋਂ ਬਿਲਕੁਲ ਉਲਟ ਹੋ ਸਕਦੀਆਂ ਨੇ। ਮੰਨ ਲਓ ਪ੍ਰਧਾਨਗੀ ਵਾਲੇ ਜਿਵੇਂ ਸੋਰਸ ਕਹਿ ਰਹੇ ਨੇ ਕਿ ਉਹ ਬਣਨਗੇ, ਉਸ ਤੋਂ ਬਾਅਦ ਦੀ ਸਿਚੁਏਸ਼ਨ ਕੀ ਹੋਏਗੀ ਇਹ ਵੀ ਬੜੀ ਇੰਪੋਰਟੈਂਟ ਹੋਏਗੀ। ਉਸ ਸਿਚੁਏਸ਼ਨ ਨੂੰ ਧਿਆਨ 'ਚ ਰੱਖ ਕੇ ਹੀ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਪਰ 2-3 ਦਿਨ ਤਾਂ ਖੁਦ ਜਿਹੜੇ ਹਰੀਸ਼ ਰਾਵਤ ਕਹਿ ਚੁੱਕੇ ਨੇ, ਔਰ 2-3 ਦਿਨ ਉਹ ਕਹਿੰਦੇ ਆ, ਤਾਂ ਮੰਨ ਲਓ ਅੱਜ ਜਾਂ ਕੱਲ੍ਹ ਜਾਂ ਪਰਸੋਂ 'ਚ ਚੀਜ਼ਾਂ ਹੋ ਜਾਣਗੀਆਂ। ਪਹਿਲਾਂ ਇਹ ਮੰਨਿਆ ਗਿਆ ਸੀ ਕੁਝ ਚੀਜ਼ਾਂ ਕਾਂਗਰਸ 'ਚ ਉਵੇਂ ਹੋਈਆਂ, ਸਰਕਮਸਟੈਂਸ ਬਦਲੇ। ਪਹਿਲਾਂ ਸਾਡੀ ਇਨਫੋਰਮੇਸ਼ਨ ਇਹ ਸੀ ਸ਼ਾਇਦ ਬੁੱਧਵਾਰ ਨੂੰ ਕੋਈ ਵੱਡੀ ਚੀਜ਼ ਹੋਏਗੀ, ਬਹੁਤ ਸਾਰੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਸੀ, ਪਰ ਉਹ ਕਿਉਂਕਿ ਹਾਲਾਤ ਹਰੀਸ਼ ਰਾਵਤ ਤੋਂ ਬਿਮਾਰ ਵੀ ਹੋਏ, ਬਹੁਤ ਸਾਰਾ ਕੁਝ ਹੋਇਆ, ਉਹਦੇ ਕਰਕੇ ਵੀ ਸ਼ਾਇਦ ਚੀਜ਼ਾਂ ਡਿਲੇ ਹੋ ਰਹੀਆਂ ਨੇ। ਜੇ ਗੱਲ ਕਰੀਏ ਮੀਟਿੰਗਾਂ ਬਹੁਤ ਹੋ ਰਹੀਆਂ ਨੇ, ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਤੇ ਦਿੱਲੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉੱਥੇ ਕੀ ਹੋ ਰਿਹਾ? ਦੇਖੋ, ਇੱਕ ਤਾਂ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਕਾਂਗਰਸੀਆਂ ਦੇ ਚਿਹਰੇ ਤੇ ਚਿੰਤਾ, ਕਾਂਗਰਸੀ ਉਦਾਸ ਨੇ, ਉਹਨਾਂ ਦੇ ਚਿਹਰੇ ਤੇ ਚਿੰਤਾ, ਸਾਰੇ ਪਾਸੇ ਹੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਕੀ ਹੋਏਗਾ। ਇੱਕ ਗਹਿਰੀ ਉਦਾਸੀ ਹੈ, ਚਿੰਤਾ ਕਹਿੰਦੇ ਚਿਤਾ ਸਮਾਨ ਹੁੰਦੀ ਹੈ, ਤੇ ਕਾਂਗਰਸ ਉਸ ਚਿਤਾ 'ਚ ਹੀ ਜਲ ਜਾਏਗੀ ਜਾਂ ਕਾਂਗਰਸ ਦਾ ਰਿਵਾਈਵਲ ਹੋਏਗਾ, ਇਹ ਵੀ ਇਹ ਮੌਕੇ ਦੱਸਣਗੇ, ਜਾਂ ਕਾਂਗਰਸ ਦੀ ਚਿੰਤਾ ਹੀ ਚਿਤਾ ਬਣ ਜਾਏਗੀ। ਤੇ ਉਹ ਜਿਹੜੀ ਆਪਾਂ ਇੱਥੇ ਦੇਖ ਰਹੇ ਹਾਂ ਚੰਡੀਗੜ੍ਹ ਦੇ ਅੰਦਰ, ਜਿਹੜੇ ਲੀਡਰ ਵੱਖ-ਵੱਖ ਧੜਿਆਂ ਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਮੀਟਿੰਗਾਂ, ਕੈਪਟਨ ਵਾਲਾ ਗਰੁੱਪ ਵੀ, ਉਲਟੇ ਪਾਸੇ ਵਾਲੇ ਵੀ ਮਿਲਦੇ ਨੇ, ਗੱਲਾਂ ਕਰਦੇ ਨੇ। ਸਾਰਿਆਂ ਨੂੰ ਇਹ ਲੱਗਦਾ ਇਹ ਹੋ ਜਾਏਗਾ, ਉਹ ਹੋ ਜਾਏਗਾ। ਕਿਸੇ ਕੋਲ ਕੋਈ ਪੱਕਾ ਸੋਰਸ, ਜਿਵੇਂ ਆਪਾਂ ਪਹਿਲਾਂ ਕਹਿੰਦੇ ਆ, ਅਲਟੀਮੇਟਲੀ ਤੇ ਗਾਂਧੀ ਪਰਿਵਾਰ ਨੂੰ ਪਤਾ ਕਿ ਕੀ ਹੋਏਗਾ। ਇਸ ਕਰਕੇ ਸਾਰਿਆਂ ਨੂੰ ਇਹ ਲੱਗਦਾ, ਸਾਰਿਆਂ ਦੇ ਅੰਦਰ ਇੱਕ ਤਰ੍ਹਾਂ ਦੀ ਨਾ ਮਤਲਬ ਐ ਹੋਇਆ ਪਿਆ, ਕਿਉਰਿਓਸਿਟੀ ਹੈ, ਬਹੁਤ ਜ਼ਿਆਦਾ ਕਿਉਰਿਓਸਿਟੀ ਹੈ ਸਾਰਿਆਂ 'ਚ ਕਿ ਕੀ ਹੋਏਗਾ, ਕਿਵੇਂ ਹੋਏਗਾ। ਕਾਂਗਰਸ ਦੇ ਬਹੁਤ ਸਾਰੇ ਲੀਡਰ, ਬਹੁਤ ਸਾਰੇ ਮੰਤਰੀ, ਬਹੁਤ ਸਾਰੇ ਸਾਡੇ ਨਾਲ ਲਗਾਤਾਰ ਇਨ ਟੱਚ ਰਹਿੰਦੇ ਨੇ, ਗੱਲਬਾਤ ਹੁੰਦੀ ਰਹਿੰਦੀ ਹੈ ਸਾਰਿਆਂ ਨਾਲ ਹੀ। ਸਾਡਾ ਕੰਮ ਆ ਪੱਤਰਕਾਰਾਂ ਦਾ ਕਿ ਸਾਰਿਆਂ ਨਾਲ ਗੱਲ ਕਰੀਏ ਅਸੀਂ, ਤਾਂ ਕਿ ਇੱਕ ਰੀਅਲ ਸਿਚੁਏਸ਼ਨ, ਰੀਅਲ ਤਸਵੀਰ ਉੱਭਰ ਕੇ ਸਾਹਮਣੇ ਆਏ। ਤਾਂ ਉਹ ਸਾਰੇ ਹੀ ਇਸ ਫਿਕਰ 'ਚ ਹੁੰਦੇ ਨੇ ਕੀ ਹੋਏਗਾ। ਯਾਨੀ ਉਹਨਾਂ 'ਚ ਕੋਈ ਐ ਨਹੀਂ ਬਹੁਤ ਉਤਸ਼ਾਹ ਨਾਲ ਕਿਸੇ ਕਾਂਗਰਸੀ ਦਾ ਫੋਨ ਨਹੀਂ ਸੁਣੋਗੇ, ਬਹੁਤ ਉਤਸ਼ਾਹ ਨਾਲ ਉਹਨਾਂ ਨੂੰ ਦੇਖੋਗੇ ਨਹੀਂ, ਕੋਈ ਕਾਂਗਰਸੀ ਉਤਸ਼ਾਹ 'ਚ ਨਹੀਂ ਹੈ। ਇਸੇ ਕਰਕੇ ਉਹ ਕਹਿ ਰਿਹਾ ਖੁਸ਼ਖਬਰੀ ਆਊਗੀ। ਤਾਂ ਖੁਸ਼ਖਬਰੀ ਕੀ ਹੋਏਗੀ? ਇਹ ਖੁਸ਼ਖਬਰੀ ਮੈਂ ਤਾਂ ਹੀ ਕਹਿਣਾ, ਇਹ ਸ਼ਬਦ ਨੂੰ ਫੜ ਕੇ ਸੋਚਣ ਵਾਲੀ ਗੱਲ ਆ। ਜਦੋਂ ਸ਼ਬਦ ਖੁਸ਼ਖਬਰੀ ਵਰਤ ਰਿਹਾ, ਇਹਦਾ ਮਤਲਬ ਕੁਝ ਨਵਾਂ ਹੋਣ ਜਾ ਰਿਹਾ। ਮੀਟਿੰਗਾਂ ਦਿੱਲੀ ਵੀ ਹੋ ਰਹੀਆਂ ਨੇ, ਬਹੁਤ ਸਾਰੀਆਂ ਹੋ ਰਹੀਆਂ ਕਿ ਇੱਕ ਮੀਟਿੰਗ ਹੋਊਗੀ, ਦੋ, ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਜਿਨ੍ਹਾਂ ਦਾ ਪਤਾ ਵੀ ਨਹੀਂ ਲੱਗਦਾ। ਬਹੁਤ ਸਾਰੀਆਂ ਮੀਟਿੰਗਾਂ ਚੁੱਪ ਚਪੀਤੇ ਹੋ ਰਹੀਆਂ ਨੇ। ਜਿਵੇਂ ਪਤਾ ਲੱਗਿਆ ਕਿ ਇੱਕ ਜਿਹੜੀ ਸਿੱਧੂ ਹੋਰਾਂ ਦੀ ਮੀਟਿੰਗ ਆ, ਉਹਦਾ ਕਿਤੇ ਪਤਾ ਹੀ ਨਹੀਂ ਲੱਗਿਆ ਕਿ ਸਿੱਧੂ ਤੇ ਪ੍ਰਿੰਕਾ ਤੇ ਵੇਨੂ ਗੋਪਾਲ ਦੀ ਮੀਟਿੰਗ ਵੀ ਹੋਈ ਹੈਗੀ। ਹੋਰ ਵੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਨੇ ਲਗਾਤਾਰ। ਕੁਝ ਮੀਟਿੰਗਾਂ ਰਿਪੋਰਟ ਹੋ ਜਾਂਦੀਆਂ ਨੇ, ਕੁਝ ਦਾ ਪਤਾ ਲੱਗ ਜਾਂਦਾ ਜਿਨ੍ਹਾਂ ਦਾ ਹਾਈਕਮਾਨ ਦੱਸਣਾ ਚਾਹੁੰਦੀ ਹੈ। ਕੁਝ ਤਾਂ ਪਾਰਟੀਆਂ ਦਾ ਇੰਟਰਸਟ ਹੀ ਹੁੰਦਾ ਕਿ ਇਹ ਖਬਰ ਪਤਾ ਲੱਗੇ, ਜਾਂ ਕਿਸੇ ਲੀਡਰ ਦਾ ਪਾਰਟੀਕੂਲਰ ਇੰਟਰਸਟ ਹੁੰਦਾ ਹੈ ਪਤਾ ਲੱਗੇ, ਤੇ ਉਹ ਖਬਰ ਨੂੰ ਲੀਕ ਕਰਦਾ, ਦੱਸਦਾ ਕਿ ਆਹ ਹੋ ਰਿਹਾ ਹੈਗਾ। ਕੁਝ ਖਬਰਾਂ 'ਚ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਕਿ ਇਹ ਪਤਾ ਲੱਗਣ। ਤਾਂ ਪਰਦੇ ਦੇ ਪਿੱਛੇ ਵੀ ਬਹੁਤ ਸਾਰਾ ਕੁਝ ਦਿੱਲੀ ਹੋ ਰਿਹਾ,
ਤੇ ਪਰਦੇ ਦੇ ਪਿੱਛੇ ਬਹੁਤ ਸਾਰਾ ਕੁਝ ਚੰਡੀਗੜ੍ਹ ਵੀ ਹੋ ਰਿਹਾ। ਪਰ ਇੱਕ ਗੱਲ ਤੈਅ ਹੈ ਕਿ ਸਾਰੇ ਕਾਂਗਰਸੀ ਉਦਾਸ ਨੇ, ਫਿਕਰਮੰਦ ਨੇ, ਚਿੰਤਾ 'ਚ ਨੇ। ਸਾਰਿਆਂ ਨੂੰ ਲੱਗਦਾ ਕੀ ਹੋਏਗਾ, ਕੀ ਬਣੇਗਾ। ਇਸ ਕਰਕੇ ਸਾਰੇ ਇੱਕ ਤਰ੍ਹਾਂ ਦੇ ਡਰੇ ਜੇ ਪਏ ਨੇ ਕਿ ਕੀ ਇਹੀ ਜੀ ਗੱਲ ਹੋਏਗੀ, ਕੋਈ ਇਸ ਤਰ੍ਹਾਂ ਦੀ ਗੱਲ ਹੋ ਜੇ ਜਿਹਦੇ ਨਾਲ ਕੋਈ ਹੱਲ ਨਿਕਲੇ, ਜਿਹਦੇ ਨਾਲ ਕਾਂਗਰਸ ਅੱਗੇ ਵਧੇ। ਦੇਖੋ ਸਭ ਤੋਂ ਪਹਿਲਾਂ ਕੋਈ ਵੀ ਮੰਤਰੀ, ਕੋਈ ਵੀ ਲੀਡਰ ਕਾਂਗਰਸ ਦਾ ਕੀ ਸੋਚੇਗਾ, ਕੋਈ ਵੀ ਐਮਐਲਏ ਕੀ ਸੋਚੇਗਾ? ਆਪਣੀ ਰਾਜਨੀਤੀ, ਕਿ ਮੇਰੀ ਰਾਜਨੀਤੀ ਬਚਦੀ ਹੈ, ਕਿ ਮੈਂ ਅੱਗੇ ਐਮਐਲਏ ਬਣੂੰਗਾ, ਕਿ ਸਾਡੀ ਸਰਕਾਰ ਬਣੇਗੀ। ਹਰ ਪਾਰਟੀ ਨੇ ਸੋਚਣਾ ਹੁੰਦਾ ਇਹ। ਇਸੇ ਤਰੀਕੇ ਨਾਲ ਕਾਂਗਰਸੀ ਵੀ ਇਹੀ ਸੋਚ ਰਹੇ ਨੇ। ਪਰ ਬਣੇਗਾ ਕੀ, ਉਹ ਤੇ ਅਲਟੀਮੇਟਲੀ ਜਦੋਂ ਸਿਚੁਏਸ਼ਨ ਡਿਵੈਲਪ ਹੋਏਗੀ ਉਹਦੇ ਤੇ ਰਿਐਕਸ਼ਨ ਕਿਸ ਤਰ੍ਹਾਂ ਦਾ ਆਏਗਾ। ਇਕੱਲੇ ਫੈਸਲਿਆਂ ਦੀ ਨਹੀਂ, ਖੁਸ਼ਖਬਰੀ ਨੂੰ ਕੋਈ ਉਦਾਸੀ 'ਚ ਬਦਲਣ ਵਾਲਾ ਵੀ ਬੈਠਾ ਹੋਏਗਾ ਕਿ ਇਸ ਖੁਸ਼ਖਬਰੀ ਦੇ ਅੰਦਰ ਕੋਈ ਉਦਾਸੀ ਵੀ ਛਾ ਸਕਦੀ ਹੈਗੀ। ਇਸ ਕਰਕੇ ਖੁਸ਼ਖਬਰੀ ਵੀ ਕਦੇ ਅਲਟੀਮੇਟ ਨਹੀਂ ਹੁੰਦੀ। ਐਲਾਨ ਨਹੀਂ ਹੁੰਦਾ ਕਿ ਬੰਦੇ ਨੇ ਖੁਸ਼ੀ ਰਹਿਣਾ ਹੁੰਦਾ ਤੇ ਬੰਦੇ ਨੇ ਉਦਾਸ ਹੀ ਹੋਣਾ ਹੁੰਦਾ। ਬੰਦਾ ਉਦਾਸ ਵੀ ਹੁੰਦਾ ਤੇ ਖੁਸ਼ ਵੀ ਹੁੰਦਾ। ਤੇ ਉਹ ਪਲ ਹੁੰਦੇ ਨੇ, ਉਹ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਕਦੇ ਖੁਸ਼ ਕਰਦੀਆਂ ਨੇ, ਕਦੇ ਉਦਾਸ ਕਰਦੀਆਂ ਨੇ। ਇਹੀ ਜ਼ਿੰਦਗੀ ਹੈ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਹੋ ਰਹੀਆਂ। ਹੁਣ ਦੇਖਣਾ ਇਹੀ ਹੈ ਕਿ ਖੁਸ਼ਖਬਰੀ ਦੇ ਉੱਤੇ ਰਿਐਕਸ਼ਨ ਕੀ ਹੋਏਗਾ। ਮੀਟਿੰਗਾਂ ਧੜਾ ਧੜ ਹੋ ਰਹੀਆਂ ਨੇ, ਧੜਾ ਧੜ ਮੀਟਿੰਗਾਂ ਪੰਜਾਬ 'ਚ ਹੋ ਰਹੀਆਂ ਨੇ, ਧੜਾ ਧੜ ਮੀਟਿੰਗਾਂ ਦਿੱਲੀ ਹੋ ਰਹੀਆਂ ਨੇ। ਕੀ ਲੱਗਦਾ ਕਿ ਇਹਨਾਂ ਸਭ ਦੇ ਵਿਚਾਲੇ ਜੇਕਰ ਸਿੱਧੂ ਪ੍ਰਧਾਨ ਬਣ ਜਾਂਦੇ ਨੇ ਤੇ ਜੋ ਜ਼ਿਲ੍ਹਿਆਂ ਨੂੰ ਪ੍ਰਧਾਨ ਨੂੰ ਲੈ ਕੇ ਵੀ ਅੰਦਰ ਖਾਤੇ ਕੋਈ ਰੌਲਾ ਚੱਲ ਰਿਹਾ? ਜ਼ਿਲ੍ਹਾ ਪ੍ਰਧਾਨਾਂ ਦਾ ਇਹ ਰੌਲਾ ਚੱਲ ਰਿਹਾ ਕਿ ਜੇ ਜਿਵੇਂ ਸੋਰਸ ਕਹਿ ਰਹੇ ਨੇ ਕਿ ਸਿੱਧੂ ਪ੍ਰਧਾਨ ਹੋਣਗੇ, 2 ਕਾਰਜਕਾਰੀ ਪ੍ਰਧਾਨ ਹੋਣਗੇ। ਜ਼ਿਲ੍ਹਾ ਪ੍ਰਧਾਨ ਕੌਣ ਹੋਣਗੇ ਇਹਨੂੰ ਲੈ ਕੇ ਵੀ ਕਹਿੰਦੇ ਜਿਹੜਾ ਲੇਟ ਹੋਇਆ ਹੈਗਾ, ਇਹਦਾ ਵੀ ਇੱਕ ਕਾਰਨ ਆ। ਇੱਕ ਕਾਰਨ ਇਹ ਵੀ ਆ, ਜੋ ਲੇਟ ਹੋਇਆ ਉਹ ਲੇਟ ਹੋਣ ਦਾ ਮੇਜਰ ਕਾਰਨ ਇਹ ਵੀ ਆ ਕਿ ਅਗਰ ਚੀਜ਼ਾਂ ਲੇਟ ਹੋ ਰਹੀਆਂ ਨੇ, ਜ਼ਿਲ੍ਹਾ ਪ੍ਰਧਾਨ ਕੌਣ ਹੋਣ? ਕੀ ਪ੍ਰਧਾਨ ਦੇ ਮੁਤਾਬਕ ਸਾਰੇ ਜ਼ਿਲ੍ਹਾ ਪ੍ਰਧਾਨ ਹੋਣ, ਜਾਂ ਫਿਰ ਉਹ ਜ਼ਿਲ੍ਹਾ ਪ੍ਰਧਾਨਾਂ 'ਚ ਕਿਸੇ ਦੀ ਹੋਰ ਵੀ ਚੱਲੇਗੀ? ਜੇ ਹੋਰ ਦੀ ਚੱਲੇਗੀ ਤਾਂ ਕਿਹਦੀ ਚੱਲੇਗੀ? ਕੀ ਪ੍ਰਧਾਨ ਨੂੰ ਅੱਗੇ ਜ਼ਿਲ੍ਹਾ ਪ੍ਰਧਾਨ ਚੱਲਣ ਦੇਣਗੇ? ਜੇ ਮੰਨ ਲਓ ਤੁਸੀਂ ਪ੍ਰਧਾਨ ਹੋ ਤੇ ਜ਼ਿਲ੍ਹਾ ਪ੍ਰਧਾਨ ਤੁਹਾਡੇ ਐਂਟੀ ਆ, ਉਹ ਨਹੀਂ ਚੱਲਣ ਦੇਗਾ ਤੁਹਾਡਾ। ਉੱਥੇ ਉਸ ਤਰ੍ਹਾਂ ਦਾ ਜਦੋਂ ਪ੍ਰੋਗਰਾਮ ਕਰੋਗੇ ਸਵਾਗਤ ਨਹੀਂ ਕਰੇਗਾ, ਉਸ ਤਰ੍ਹਾਂ ਦਾ ਮਹਿਮਾ ਮੰਡਨ ਨਹੀਂ ਕਰੇਗਾ, ਉਸ ਤਰ੍ਹਾਂ ਦਾ ਮਾਹੌਲ ਨਹੀਂ ਬਣਾਏਗਾ। ਮਾਹੌਲ ਤਾਂ ਥੱਲੋਂ ਹੀ ਬਣਨਾ ਨਾ, ਉੱਪਰੋਂ ਤਾਂ ਬਣਨਾ ਨਹੀਂਗਾ। ਅਲਟੀਮੇਟਲੀ ਤਾਂ ਮਾਹੌਲ ਜਾ ਕੇ ਗਰਾਊਂਡ 'ਤੇ ਹੀ ਬਣਦਾ ਨਾ। ਤੇ ਇਸ ਕਰਕੇ ਉਹ ਜ਼ਿਲ੍ਹਾ ਪ੍ਰਧਾਨਾਂ ਕੌਣ ਹੋਣ ਤੇ ਜ਼ਿਲ੍ਹਾ ਪ੍ਰਧਾਨ ਕੌਣ ਨਾ ਹੋਣ, ਇਹਨੂੰ ਲੈ ਕੇ ਵੀ ਹੋ ਰਿਹਾ। ਹੁਣ ਤੱਕ ਪਤਾ ਲੱਗਿਆ ਕਿ ਪੁਰਾਣੀ ਲਿਸਟ ਗਈ ਹੈ। ਪੁਰਾਣੀ ਲਿਸਟ ਜਿਹੜੀ ਜਾਖੜੋਲੇ ਦੀ ਲਿਸਟ ਆ, ਕਿ ਉਹ ਲਿਸਟ ਨਵੀਂ ਬਣੇਗੀ? ਕਿ ਪਹਿਲਾਂ ਪ੍ਰਧਾਨ ਐਲਾਨ ਦਿੱਤਾ ਜਾਏਗਾ, ਕਾਰਜਕਾਰੀ ਪ੍ਰਧਾਨ ਐਲਾਨ ਦਿੱਤੇ ਜਾਣਗੇ, ਫਿਰ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਹੋਏਗਾ? ਐ ਵੀ ਹੁੰਦਾ ਗਾ ਕਾਂਗਰਸ 'ਚ, ਜਾਂ ਉਹ ਨਾਲ ਹੀ ਆ ਜਾਣਗੇ? ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਐਲਾਨ ਨੂੰ ਲੇਟ ਕਰ ਰਹੀਆਂ ਨੇ। ਐਲਾਨ ਲੇਟ ਕਿਉਂ ਹੋ ਰਿਹਾ? ਲਗਾਤਾਰ ਹੁੰਦਾ ਕਿ ਅੱਜ ਐਲਾਨ ਹੋਏਗਾ, ਕੱਲ੍ਹ ਐਲਾਨ ਹੋਏਗਾ, ਲਗਾਤਾਰ ਹੀ, ਕਿਉਂਕਿ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਸਾਡੇ ਕੋਲ ਵੀ ਦੱਸਦੇ ਰਹਿੰਦੇ ਆ ਵਿੱਚ ਦੀ ਕੋਈ ਇਹੋ ਜਿਹਾ ਸਰਕਮਸਟੈਂਸਿਸ ਆਉਂਦਾ, ਕੋਈ ਬਿਮਾਰ ਹੋ ਜਾਂਦਾ, ਕੋਈ ਕੁਛ ਹੋ ਜਾਂਦਾ। ਕਹਿੰਦੇ ਹੁਣ ਰਾਹੁਲ ਨੇ ਬਾਹਰ ਵੀ ਜਾਣਾ, ਇਹ ਤਾਂ ਤੈਅ ਆ ਕਿ ਰਾਹੁਲ ਨੇ ਵਿਦੇਸ਼ ਜਾਣਾ, ਉਹ ਤੋਂ ਪਹਿਲਾਂ ਹੋ ਜਾਏਗਾ। ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਵੀ ਆਪਣੇ ਆਪ 'ਚ ਬੜੀਆਂ ਇੰਪੋਰਟੈਂਟ ਨੇ। ਤੇ ਦੂਜੇ ਪਾਸੇ ਮੰਤਰੀਆਂ ਦੇ ਫੇਰ ਬਦਲ ਨੂੰ ਲੈ ਕੇ ਵੀ ਅਸੀਂ ਦੇਖਿਆ, ਮੰਤਰੀਆਂ ਦੇ ਫੇਰ ਬਦਲ ਨੂੰ ਲੈ ਕੇ ਵੀ ਵੱਡੀ ਚਰਚਾ ਚੱਲ ਰਹੀ ਹੈਗੀ। 2 ਨਾਵਾਂ ਦਾ ਸਾਨੂੰ ਪਤਾ ਲੱਗਿਆ ਸੀਗਾ ਕਿ ਜਿਵੇਂ ਰਾਣਾ KP ਤੇ ਜਿਹੜੇ ਵੇਰਕਾ ਨੇ, ਹਾਲਾਂਕਿ 2 ਕੰਬੀਨੇਸ਼ਨ ਬਣਾਇਆ ਜਾਂਦਾ ਹੈ। ਡ੍ਰੌਪ ਕੌਣ ਹੋਣਗੇ, ਕੌਣ ਨਹੀਂ ਹੋਣਗੇ? ਕੁਝ ਲੋਕ ਕਹਿ ਰਹੇ ਸਿਰਫ ਮਹਿਕਮੇ ਬਦਲ ਜਾਣਗੇ, ਮੰਤਰੀਆਂ ਦੇ ਬਦਲਾ ਨਹੀਂ ਹੋਣਗਾ। ਕਦੇ ਕਦੇ ਆਉਂਦਾ ਜੀ ਇਹ ਫਲਾਣਾ ਮੰਤਰੀ ਡ੍ਰੌਪ ਹੋ ਰਿਹਾ, ਇਹ ਹੋ ਰਿਹਾ ਹੈਗਾ। ਜਿਹੜੇ ਬਹੁਤ ਪੂਅਰ ਮੰਤਰੀ ਹੈ, ਕਹਿੰਦੇ ਉਹਨਾਂ ਦੀ ਲਿਸਟ ਵੀ ਗਈ ਹੋਈ ਹੈ ਕਿ ਇਹਨਾਂ ਦੀ ਪਰਫਾਰਮੈਂਸ ਬਹੁਤ ਪੂਅਰ ਰਹੀ ਹੈ। ਉਹਨਾਂ ਦੇ ਨਾਂ ਵੀ ਬਕਾਇਦਾ ਤੌਰ ਦੇ ਉੱਤੇ ਭੇਜੇ ਗਏ ਨੇ। ਤਾਂ ਕੈਪਟਨ ਅਮਰਿੰਦਰ ਸਿੰਘ ਜੇ ਕੈਬਨਿਟ ਦਾ ਰੀਸ਼ਫਲ ਕਰਦੇ ਨੇ, ਕੈਬਨਿਟ ਦਾ ਫੇਰ ਬਦਲ ਹੁੰਦਾ ਹੈ, ਕੈਬਨਿਟ ਦਾ ਕੀ ਡਿਪਾਰਟਮੈਂਟਾਂ ਦਾ ਫੇਰ ਬਦਲ ਹੋ ਜਾਏਗਾ। ਜਿਵੇਂ ਕੋਈ ਕਹਿ ਰਿਹਾ ਕਿ ਵਿਜੇਂਦਰ ਸਿੰਗਲਾ ਨੂੰ ਜੇ ਪ੍ਰਧਾਨ ਕਾਰਜਕਾਰੀ ਲਾਇਆ ਜਾਏਗਾ, ਜੇ ਉਹਨਾਂ ਨੇ ਵਾਕਈ ਕੰਮ ਕਰਨਾ, ਕੀ ਉਹ ਮੰਤਰੀ ਰਹਿਣਗੇ? ਜੇ ਮੰਤਰੀ ਨਹੀਂ ਰਹਿਣਗੇ, ਇੱਕ ਮੰਤਰੀ ਦਾ ਉਹਦਾ ਤਾਂ ਵਿਹਲਾ ਹੋ ਗਿਆ, ਇੱਕ ਪਹਿਲਾਂ ਵਿਹਲਾ ਪਿਆ, 2 ਮੰਤਰੀਆਂ ਦਾ ਤਾਂ ਤਿਆਰ ਆ ਕੰਮ। ਤੇ ਉਸ ਤੋਂ ਬਿਨਾਂ ਬਹੁਤ ਸਾਰੀ ਚਰਚਾ ਚੱਲ ਰਹੀ ਹੈ ਕੀ ਹੋਏਗਾ। ਪਰ ਸਸਪੈਂਸ ਬਰਕਰਾਰ ਹੈ, ਸਸਪੈਂਸ ਆ। ਮਤਲਬ ਆਖਰੀ ਸੱਚ ਕਿਸੇ ਕੋਲ ਨਹੀਂ ਆ। ਵੈਸੇ ਤਾਂ ਆਖਰੀ ਸੱਚ ਕੋਈ ਹੁੰਦਾ ਹੀ ਨਹੀਂ, ਬੰਦਾ ਹਮੇਸ਼ਾ ਬਿਹਤਰ ਸੱਚ ਦੀ ਭਾਲ 'ਚ ਹੁੰਦਾ। ਆਖਰੀ ਸੱਚ ਕੋਈ ਨਹੀਂ ਹੁੰਦਾ ਦੁਨੀਆ ਤੇ, ਪਰ ਆਖਰੀ ਸੱਚ ਦੀ ਭਾਲ 'ਚ ਸਾਰੇ ਲੱਗੇ ਹੋਏ ਨੇ। ਤੇ ਉਹ ਆਖਰੀ ਸੱਚ, ਜਿਵੇਂ ਕਹਿੰਦੇ ਨਾ, ਉਹ ਕਸਤੂਰੀ ਲੱਭਣ ਲੱਗਿਆ ਹੁੰਦਾ ਹਿਰਨ, ਤੇ ਉਹ ਆਪ ਹੀ ਉਹ ਹਾਲ ਆ ਕਾਂਗਰਸ ਦਾ। ਸਾਰੇ ਕਸਤੂਰੀ ਲੱਭਣ ਲੱਗੇ ਹੋਏ ਨੇ। ਲੱਭਦੀ ਆ ਜਾਂ ਨਹੀਂ ਲੱਭਦੀ, ਜਾਂ ਕਸਤੂਰੀ ਲੱਭਦੇ ਲੱਭਦੇ ਹੀ ਗੜਬੜ ਹੋ ਜਾਏਗੀ। ਜਿਵੇਂ ਕਿਹਾ ਜਾਂਦਾ ਕਿ ਹਿਰਨਾ ਹੋ ਜਾਂਦੀ ਉਹ 12 ਸਿੰਘੇ ਦੇ ਨਾਲ, ਉਹ ਲੱਭਦਾ ਲੱਭਦਾ ਆਪ ਹੀ ਉਹਦੇ ਅੰਦਰ ਹੀ ਹੁੰਦੀ ਹੈ, ਪਰ ਉਹ ਆਪ ਹੀ ਫਸ ਜਾਂਦਾ, ਉਹਦੇ ਸਿੰਘ ਫਸ ਜਾਂਦੇ ਨੇ ਕਿਸੇ ਥਾਂ 'ਤੇ ਜਾ ਕੇ। ਕਾਂਗਰਸੀਆਂ ਦੇ ਸਿੰਘ ਵੀ ਐਂ ਫਸੇ ਹੋਏ ਨੇ। ਹੁਣ ਕਾਂਗਰਸੀਆਂ ਦੇ ਸਿੰਘ ਨਿਕਲਦੇ ਆ, ਜਾਂ ਫਸੇ ਰਹਿਣਗੇ ਜਾਂ ਹੋਰ ਫਸ ਜਾਣਗੇ। ਜਿਹੜੀ ਕਸਤੂਰੀ ਉਹਨਾਂ ਦੇ ਅੰਦਰ ਹੀ ਪਈ ਸੀ ਉਹ ਬਾਹਰ ਲੱਭ ਰਹੇ ਨੇ, ਤਾਂ ਬਾਹਰੋਂ ਮਿਲੇਗੀ ਜਾਂ ਅੰਦਰੋਂ ਹੀ ਉਹਨਾਂ ਨੂੰ ਪ੍ਰਾਪਤੀ ਹੋ ਜਾਏਗੀ। ਤਾਂ ਦੇਖਦੇ ਹਾਂ ਹੁਣ ਕੀ ਬਣਦਾ। ਪਰ ਅੰਦਰ ਤੇ ਬਾਹਰ ਦੋਵੇਂ ਪਾਸੇ ਪੂਰਾ ਜ਼ੋਰ ਲੱਗਿਆ ਹੋਇਆ ਸਾਰੇ ਧੜਿਆਂ ਦਾ ਆਪਣੀ ਆਪਣੀ ਇੱਜ਼ਤ ਬਚਾਉਣ ਦੇ ਲਈ। ਜੀ, ਕੀ ਸੋਚਦੇ ਕੀ ਨੇ ਕੈਬਨਿਟ ਮੰਤਰੀ ਨੇ? ਜੋ ਫੇਰ ਬਦਲ ਹੋ ਜਾਂਦਾ ਹੈ, ਚਰਚਾਵਾਂ ਨੇ, ਤਾਂ ਮੰਤਰੀ ਕੀ ਸੋਚ ਰਿਹਾ? ਜੇ ਮੰਤਰੀਆਂ ਦੀ ਇੱਕ ਤਾਂ ਆਪਾਂ ਦੱਸਿਆ ਸੀ ਪਹਿਲਾਂ, ਕੁਝ ਮੰਤਰੀਆਂ ਨੇ ਇਹ ਰਾਏ ਬਣਾਈ ਸੀ। ਹਾਲਾਂਕਿ ਇਹ ਬਹੁਤ ਔਖਾ ਹੁੰਦਾ, ਇੰਨਾ ਸੌਖਾ ਨਹੀਂ ਹੁੰਦਾ।
ਇੱਕ ਵਾਰ ਪਹਿਲਾਂ ਵੀ ਇਹਨਾਂ ਮੰਤਰੀਆਂ ਨੇ ਸਹੁੰ ਖਾਧੀਆਂ ਸੀ ਇਕੱਠੇ ਹੋ ਕੇ, ਕਈ ਮੰਤਰੀ ਸੀ ਕਈ ਐਮਐਲਏ ਸੀ, ਇੱਕ ਥਾਂ ਦੇ ਉੱਤੇ ਇਹਨਾਂ ਨੇ ਸਾਰਿਆਂ ਨੇ ਸਹੁੰ ਖਾਧੀ ਕੈਪਟਨ ਦੇ ਖਿਲਾਫ, ਮੁੜ ਕੇ ਉਹ ਸਹੁੰਆਂ ਟੁੱਟ ਗਈਆਂ। ਰਾਜਨੀਤੀ ਦੀਆਂ ਸਹੁੰਆਂ ਕੋਈ ਪੱਕੀਆਂ ਸਹੁੰਆਂ ਨਹੀਂ ਹੁੰਦੀਆਂ, ਰਾਜਨੀਤੀ 'ਚ ਸਹੁੰਆਂ ਟੁੱਟਦੀਆਂ ਰਹਿੰਦੀਆਂ ਨੇ। ਜਿਵੇਂ ਅਕਸਰ ਮੈਂ ਕਹਿੰਦਾ ਕਿ ਰਾਜਨੀਤੀ 'ਚ ਕੋਈ ਪੱਕਾ ਦੋਸਤ ਤੇ ਦੁਸ਼ਮਣ ਨਹੀਂ ਹੁੰਦਾ, ਰਾਜਨੀਤੀ ਦੇ ਦੋਸਤ ਦੁਸ਼ਮਣ ਵੀ ਬਦਲਦੇ ਰਹਿੰਦੇ ਨੇ ਤੇ ਰਾਜਨੀਤੀ 'ਚ ਸਹੁੰਆਂ ਵੀ ਟੁੱਟਦੀਆਂ ਰਹਿੰਦੀਆਂ ਨੇ। ਤੇ ਇਸੇ ਕਰਕੇ ਸ਼ਾਇਦ ਸਹੁੰਆਂ ਬਾਰੇ ਤਾਂ ਕਿਹਾ ਜਾਂਦਾ ਕਿ ਸਹੁੰਆਂ ਟੁੱਟਣ ਲਈ ਖਾਈਆਂ ਜਾਂਦੀਆਂ ਨੇ, ਜਦੋਂ ਕਿ ਸਹੁੰ ਖਾਂਦਾ ਉਹ ਟੁੱਟਣ ਲਈ ਖਾਈਆਂ ਜਾਂਦੀਆਂ ਨੇ, ਬਹੁਤ ਕਿਹਾ ਜਾਂਦਾ। ਰਾਜਨੀਤੀ 'ਚ ਪੱਕਾ ਗਾ। ਤੇ ਇਹਨਾਂ ਨੇ ਕਹਿੰਦੇ ਇਕੱਠੇ ਹੋ ਕੇ ਸਾਰਿਆਂ ਨੇ ਸਹੁੰ ਖਾਧੀ, ਪਤਾ ਨਹੀਂ ਖਾਧੀ, ਪਰ ਇੱਕ ਰਾਏ ਬਣਾਈ ਸੀਗੀ ਕਿ ਜੇ ਇੱਕ ਤੋਂ ਅਸਤੀਫਾ ਲਿਆ ਜਾਏਗਾ, ਖਾਸ ਤੌਰ ਤੇ ਜਿਹੜਾ ਐਂਟੀ ਕੈਪਟਨ ਗਰੁੱਪ ਸੀ ਜਾਂ ਕਹੀਏ ਇਸ ਮਸਲੇ ਦੇ ਅੰਦਰ ਜਿਹਦੀ ਭੂਮਿਕਾ ਇੱਕ ਵੱਖਰੀ ਭੂਮਿਕਾ ਰਹੀ ਹੈ, ਉਹ ਸਾਰੇ ਮੰਤਰੀਆਂ ਨੇ ਇਹ ਸਲਾਹ ਕੀਤੀ ਕਿ ਜੇ ਇੱਕ ਦਾ ਅਸਤੀਫਾ ਹੋਏਗਾ ਤਾਂ ਅਸੀਂ ਸਾਰੇ ਅਸਤੀਫੇ ਦੇਵਾਂਗੇ। ਯਾਨੀ ਉਹਨਾਂ ਨਾਲ ਕੁਝ ਐਮਐਲਏ ਵੀ ਨੇ ਜਿਹੜੇ ਉਹਨਾਂ ਦੀ ਪਿੱਠ ਤੇ ਖੜੇ ਨੇ ਕਿ ਅਸੀਂ ਵੀ ਦੇ ਦੇਵਾਂਗੇ। ਪਰ ਹਾਈਕਮਾਨ ਹੁੰਦੀ ਹੈ, ਹਾਈਕਮਾਨ ਤੋਂ ਬਾਹਰ ਜਾਣਾ ਇੰਨਾ ਸੌਖਾ ਨਹੀਂ ਹੁੰਦਾ ਜੀ। ਹਾਈਕਮਾਨ ਅਗਰ ਇੱਕ ਵਾਰ ਕਹੇਗੀ ਕਿ ਨਹੀਂ ਇਹ ਨਹੀਂ ਕਰਨਾ, ਤਾਂ ਜਾਂ ਤਾਂ ਬੰਦੇ ਨੂੰ ਪਾਰਟੀ ਛੱਡਣੀ ਪਏਗੀ ਜਾਂ ਹਾਈਕਮਾਨ ਦਾ ਹੁਕਮ ਮੰਨਣਾ ਪਏਗਾ। ਇਸ ਕਰਕੇ ਹਾਈਕਮਾਨ ਜਦੋਂ ਕਹੇਗੀ ਕਿ ਮੰਨ ਲਓ ਕਿਸੇ ਨੂੰ ਡਰੋਪ ਕੀਤਾ ਤਾਂ ਉਹਨੂੰ ਕਹੇਗੀ ਕੋਈ ਗੱਲ ਨਹੀਂ, ਤੁਹਾਨੂੰ ਅੱਗੇ ਸੈੱਟ ਕਰ ਦਾਂਗੇ, ਤੁਹਾਨੂੰ ਇਹ ਕਰ ਦਾਂਗੇ, ਤੁਹਾਨੂੰ ਉਹ ਕਰ ਦਾਂਗੇ, ਭਰੋਸਾ ਕੋਈ ਦੇਗਾ, ਵੱਡਾ ਲੀਡਰ ਕਾਲ ਕਰੇਗਾ, ਚੀਜ਼ਾਂ ਇਸੇ ਤਰ੍ਹਾਂ ਸੈੱਟ ਵੀ ਹੁੰਦੀਆਂ ਨੇ। ਤਾਂ ਇਸ ਕਰਕੇ ਉਹ ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਸਲਾਹਾਂ ਚੱਲ ਰਹੀਆਂ ਨੇ ਉਹ ਸਿਰੇ ਚੜ੍ਹਨ, ਪਰ ਇਹ ਸਲਾਹਾਂ ਜ਼ਰੂਰ ਹੋਈਆਂ ਨੇ ਮੰਤਰੀਆਂ ਦੇ ਅੰਦਰ ਕਿ ਜਿਹੜਾ ਫੇਰ ਬਦਲ ਹੋਏਗਾ ਉਸ ਫੇਰ ਬਦਲ ਦੇ ਉੱਤੇ ਸਾਡਾ ਇੱਕ ਰਿਐਕਸ਼ਨ ਹੋਏਗਾ, ਅਸੀਂ ਰਿਐਕਸ਼ਨ ਦੇਵਾਂਗੇ। ਉਹ ਹੁੰਦਾ ਜਾਂ ਨਹੀਂ ਹੁੰਦਾ, ਉਹਨਾਂ ਨੇ ਆਪਣੀ ਰਣਨੀਤੀ ਘੜੀ ਆ। ਇਹ ਰਣਨੀਤੀ ਦਬਾਅ ਦੀ ਰਣਨੀਤੀ ਵੀ ਹੁੰਦੀ ਹੈ, ਯਾਨੀ ਜੇ ਕੈਪਟਨ ਸੋਚ ਰਹੇ ਨੇ ਇਸ ਤਰ੍ਹਾਂ ਦੀ ਗੱਲ ਜਾਂ ਹਾਈਕਮਾਨ ਸੋਚ ਰਹੀ ਹੈ ਤਾਂ ਉਹਦੇ ਕੋਲ ਸੁਨੇਹਾ ਪਹੁੰਚ ਜੇ ਕਿ ਜੇ ਇਹ ਕਰੋਗੇ ਅਸੀਂ ਇਹ ਕਰਾਂਗੇ। ਇਹੀ ਹੁੰਦਾ ਜਦੋਂ ਮੈਂ ਕਹਿੰਦਾ ਡਿਸੀਜ਼ਨ ਬਦਲਦੇ ਨੇ। ਉਹ ਕਿਉਂ ਬਦਲਦੇ ਨੇ? ਡਿਸੀਜ਼ਨ ਮੌਕਿਆਂ ਮੁਤਾਬਕ ਹੀ ਹੁੰਦੇ ਨੇ। ਇਹ ਨਹੀਂ ਹੁੰਦਾ ਮਿੰਟਾਂ 'ਚ ਡਿਸੀਜ਼ਨ ਬਦਲ ਜਾਂਦੇ ਨੇ, ਘੰਟਿਆਂ 'ਚ ਬਦਲ ਜਾਂਦੇ ਨੇ। ਉਹ ਸਿਚੁਏਸ਼ਨ ਦੇਖ ਕੇ ਡਿਸੀਜ਼ਨ ਲੈ ਜਾਂਦੇ ਨੇ। ਰਾਜਨੀਤੀ ਦੇ ਅੰਦਰ ਜੋ ਫਲੈਕਸੀਬਿਲਿਟੀ ਨਹੀਂ ਹੈਗੀ ਤੁਹਾਡੇ 'ਚ, ਤੁਸੀਂ ਇਕੱਠੇ ਹੋਏ ਮੈਂ ਫੈਸਲਾ ਕਰਤਾ ਮਹੀਨੇ ਨੂੰ ਲਾਗੂ ਕਰਨਾ, ਇਹ ਨਹੀਂ ਹੁੰਦਾ। ਮਹੀਨੇ ਬਾਅਦ ਸਿਚੁਏਸ਼ਨ ਬਿਲਕੁਲ ਅਲੱਗ ਹੋ ਸਕਦੀ ਹੈ, ਤਾਂ ਤੁਸੀਂ ਫੈਸਲੇ ਸਿਚੁਏਸ਼ਨ ਮੁਤਾਬਕ ਲੈਂਦੇ ਹੋ। ਉਹ ਸਿਚੁਏਸ਼ਨ ਕੀ ਬਣੇਗੀ, ਸਾਰਿਆਂ ਦਾ ਜ਼ੋਰ ਲੱਗਿਆ ਹੋਇਆ, ਚਾਹੇ ਉਹ ਕੈਪਟਨ ਦਾ ਧੜਾ, ਚਾਹੇ ਦੂਜੇ ਧੜੇ ਨੇ, ਬਾਗੀ ਨੇ, ਸਭ ਦਾ ਆਪਣਾ ਆਪਣਾ ਜ਼ੋਰ ਲੱਗਿਆ ਹੈਗਾ ਕਿ ਸਿਚੁਏਸ਼ਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਪੱਖ 'ਚ ਕਰੀਏ। ਕੀ ਗਾਂਧੀ ਪਰਿਵਾਰ ਦੇ ਲਈ ਯੂਪੀ ਜਿੰਨੇ ਪੰਜਾਬ ਨੂੰ ਐਵੇਂ ਦਿੱਤੀ ਜਾਵੇਗੀ ਕਿ ਜੇ ਫੈਸਲਾ ਸੁਣਾ ਵੀ ਦਿੱਤਾ ਜਾਂਦਾ, ਇਹ ਤੇ ਤੈਅ ਨਹੀਂ ਹੈ ਕਿ ਖਿਲਾਰੇ ਜਿਹੜੇ ਖਤਮ ਹੀ ਹੋ ਜਾਣਗੇ, ਖਿਲਾਰੇ ਵੱਧ ਵੀ ਸਕਦੇ ਨੇ, ਕਿਵੇਂ ਦੇਖੇਗਾ ਜੀ? ਦੇਖੋ, ਪ੍ਰਾਇੋਰਟੀ ਆਪਦੀ ਜਿਵੇਂ ਹਰੀਸ਼ ਰਾਵਤ ਬਾਰੇ ਇਹ ਕਿਹਾ ਜਾ ਰਿਹਾ ਹੈਗਾ ਕਿ ਹਰੀਸ਼ ਰਾਵਤ ਹੋ ਸਕਦਾ ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਹੀ ਉੱਤਰਾਖੰਡ ਭੇਜ ਦਿੱਤੇ ਜਾਣ, ਇਸ ਤਰ੍ਹਾਂ ਦੀ ਚਰਚਾ ਹੈ। ਹੋ ਸਕਦਾ ਉਹਨਾਂ ਤੋਂ ਐਲਾਨ ਕਰਵਾ ਕੇ ਫਿਰ ਭੇਜ ਦਿੱਤੇ ਜਾਣ। ਆਉਣ ਵਾਲੇ ਸਮੇਂ 'ਚ ਚੋਣਾਂ ਆ ਰਹੀਆਂ ਨੇ, ਗੋਆ 'ਚ, ਉੱਤਰਾਖੰਡ 'ਚ, ਯੂਪੀ 'ਚ, ਪੰਜਾਬ 'ਚ, ਇਹਨਾਂ ਰਾਜਾਂ 'ਚ ਚੋਣਾਂ ਹੋਣੀਆਂ ਨੇ, ਤਾਂ ਕਾਂਗਰਸ ਨੇ ਬਾਕੀ ਰਾਜ ਵੀ ਦੇਖਣੇ ਆ। ਹਾਈਕਮਾਨ ਦੇ ਲਈ ਪੰਜਾਬ ਇੱਕ ਸੂਬਾ, ਉਹਨਾਂ ਲਈ ਹੋਰ ਵੀ ਆ, ਉਹਨਾਂ ਨੇ ਤਾਂ ਪੂਰੇ ਦੇਸ਼ 'ਚ ਰਾਜਨੀਤੀ ਕਰਨੀ ਆ। ਪੰਜਾਬ ਦੀ ਰਾਜਨੀਤੀ ਪੰਜਾਬ ਵਾਲਿਆਂ ਲਈ ਅਹਿਮ ਆ, ਗਾਂਧੀ ਪਰਿਵਾਰ ਲਈ ਤਾਂ ਪੰਜਾਬ ਕੋਈ ਇੰਨਾ ਅਹਿਮ ਨਹੀਂ ਹੈ ਨਾ, ਪਰ ਅਹਿਮ ਇਸ ਕਰਕੇ ਹੈ ਕਿ ਪੰਜਾਬ 'ਚੋਂ ਮੈਸੇਜ ਜਾਂਦੇ ਨੇ। ਪੰਜਾਬ ਜਿਵੇਂ ਮੈਂ ਕਹਿਣਾਗਾ ਕਿ ਮੋਦੀ ਨੂੰ ਅਗਰ ਇੱਕ ਓਪੋਜੀਸ਼ਨ ਰੀਅਲ ਮਿਲੀ ਹੈ ਕਿਤੋਂ, ਤਾਂ ਕਿਸਾਨ ਅੰਦੋਲਨ 'ਚੋਂ ਮਿਲੀ ਹੈ। ਕਾਂਗਰਸ ਨਹੀਂ ਦੇ ਸਕੀ ਓਪੋਜੀਸ਼ਨ ਮੋਦੀ ਨੂੰ। ਇਕਨੋਮਿਕ ਏਜੰਡੇ ਦੇ ਉੱਤੇ ਕੋਈ ਅਸਲ ਓਪੋਜੀਸ਼ਨ ਜਾਂ ਵਿਰੋਧੀ ਧਿਰ ਮਿਲੀ ਹੈਗੀ, ਉਹ ਕਿਸਾਨੀ ਅੰਦੋਲਨ ਨੇ ਦਿੱਤੀ ਹੈ। ਇਸ ਕਰਕੇ ਉਹ ਜਾਣਦੇ ਨੇ ਪੰਜਾਬ ਕੀ ਹੈਗਾ ਔਰ ਪੰਜਾਬ ਕਿੰਨਾ ਇੰਪੋਰਟੈਂਟ ਆ ਉਹਨਾਂ ਲਈ। ਪਰ ਉਹਨਾਂ ਦੀ ਪ੍ਰਾਇੋਰਟੀ ਉੱਤਰ ਪ੍ਰਦੇਸ਼ ਹੋਏਗਾ ਜ਼ਿਆਦਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਅੰਦਰੋਂ ਸਾਰੀ ਅਗਲੀ ਰਣਨੀਤੀ ਤੇ ਅਗਲੀ ਰਾਜਨੀਤੀ ਤੈਅ ਹੋਣੀ। 80 MP ਆਉਂਦੇ ਆ ਉੱਥੋਂ। ਉੱਤਰ ਪ੍ਰਦੇਸ਼ ਤੋਂ ਜਿਹੜਾ ਜਿੱਤਦਾ ਉਹੀ ਅੱਗੇ ਪ੍ਰਧਾਨ ਮੰਤਰੀ ਬਣਦਾ, ਉਹੀ ਅੱਗੇ ਸੱਤਾ 'ਚ ਆਉਂਦਾ, ਤਾਂ ਉਹਨਾਂ ਦੀ ਪ੍ਰਾਇੋਰਟੀ ਉੱਤਰ ਪ੍ਰਦੇਸ਼ ਹੋਏਗਾ। ਇੰਨਾ ਜ਼ਿਆਦਾ ਫੋਕਸ ਇੱਕ ਵਾਰ ਕਰ ਦੇਣਗੇ, ਪਤਾ ਇਹ ਵੀ ਲੱਗੇ ਕਿ ਸ਼ਾਇਦ ਵੇਨੂ ਗੋਪਾਲ ਨੂੰ 4-5 ਦਿਨ ਇੱਥੇ ਬਿਠਾ ਦਿੱਤਾ ਜਾਵੇ ਫੈਸਲੇ ਲੈਣ ਤੋਂ ਬਾਅਦ, ਕਿਉਂਕਿ ਵੱਡਾ ਬੰਦਾ ਹੋਵੇ ਕੋਈ। ਜਿਵੇਂ ਕੈਪਟਨ ਵਰਸਸ ਸਿੱਧੂ ਚੱਲ ਰਿਹਾ ਹੈਗਾ, ਉਹਦੇ 'ਚ ਕੋਈ ਛੋਟੇ ਲੀਡਰ ਦੀ ਤਾਂ ਦੋਨੇ ਵੱਡੇ ਲੀਡਰ ਨੇ, ਉਹ ਦੋਵੇਂ ਲੀਡਰ ਕਿਸੇ ਛੋਟੇ ਮੋਟੇ ਦੀ ਤਾਂ ਮੰਨਣਗੇ ਨਹੀਂ। ਜਿਵੇਂ ਹਰੀਸ਼ ਰਾਵਤ ਤਾਂ ਇਸ ਮਸਲੇ 'ਚ ਕੋਈ ਬਹੁਤ ਕਾਮਯਾਬ ਇੰਚਾਰਜ ਨਹੀਂ ਰਹੇ, ਤਾਂ ਉਹਨਾਂ ਨੂੰ ਕੋਈ ਵੱਡਾ ਲੀਡਰ ਹੀ ਆ ਕੇ ਜਦੋਂ ਗੱਲ ਕਰੇਗਾ ਤਾਂ ਉਹਦੀ ਗੱਲ ਉਹ ਸੁਣ ਸਕਦੇ ਨੇ, ਇਹ ਮੰਨਿਆ ਵੀ ਜਾ ਰਿਹਾ। ਤਾਂ ਗਾਂਧੀ ਪਰਿਵਾਰ ਦਾ ਧਿਆਨ ਬਾਕੀ ਸੂਬਿਆਂ 'ਤੇ ਹੋਏਗਾ, ਪੂਰਾ ਇੰਟਰਸਟ ਉਹਨਾਂ ਦਾ ਪੰਜਾਬ 'ਚ ਨਹੀਂ ਹੋਏਗਾ। ਉਹਨਾਂ ਨੇ ਉੱਤਰ ਪ੍ਰਦੇਸ਼ 'ਤੇ ਹੀ ਫੋਕਸ ਕਰਨਾ, ਉੱਤਰਾਖੰਡ 'ਤੇ ਕਰਨਾ, ਗੋਆ 'ਤੇ ਕਰਨਾ, ਹੋਰ ਰਾਜਾਂ 'ਤੇ ਵੀ ਕਰਨਾ। ਇਸ ਕਰਕੇ ਪੰਜਾਬ ਕੋਈ ਉਹਨਾਂ ਦੀ ਪ੍ਰਾਇੋਰਟੀ ਹੋਏਗਾ ਇਹ ਨਹੀਂ ਆ। ਪਰ ਪੰਜਾਬ, ਕਿਉਂਕਿ ਉਹਨਾਂ ਕੋਲੇ ਸੱਤਾ ਕਿਹੜਿਆਂ ਸੂਬਿਆਂ 'ਚ, ਪੰਜਾਬ ਉਹਨਾਂ 'ਚ ਇੱਕ ਆ, ਇਸ ਕਰਕੇ ਔਰ ਪੰਜਾਬ 'ਚ ਉਹਨਾਂ ਨੂੰ ਸੰਭਾਵਨਾਵਾਂ ਨਜ਼ਰ ਆਉਂਦੀਆਂ ਹੋਣਗੀਆਂ, ਇਸ ਕਰਕੇ ਉਹ ਪੰਜਾਬ 'ਤੇ ਕਰ ਰਹੇ ਨੇ। ਜਾਂ ਸੰਕਟ ਆ, ਕਿਸੇ ਨੇ ਬੜਾ ਵਧੀਆ ਜੋਕ ਕੱਲ ਫੇਸਬੁੱਕ 'ਤੇ ਸੁਣਾਇਆ ਹੋਇਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਬਾਕੀ ਪਾਰਟੀਆਂ ਸਰਕਾਰ ਬਣਾਉਣ ਲਈ ਬੁਲਾਉਂਦੀਆਂ ਨੇ ਤੇ ਕਾਂਗਰਸ ਬਚਾਉਣ ਲਈ ਬੁਲਾਉਂਦੀ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਬਚਾਉਣ ਲਈ ਕਾਂਗਰਸ ਕੋਲੇ ਆ ਰਹੇ ਨੇ। ਯਾਨੀ ਕੱਲ ਗਏ ਜਦੋਂ ਪ੍ਰਸ਼ਾਂਤ ਕਿਸ਼ੋਰ ਬਾਕੀ ਪਾਰਟੀਆਂ ਕੋਲੇ, ਜਿਵੇਂ ਮਮਤਾ ਬੈਨਰਜੀ ਕੋਲ ਉਹਦੀ ਸਰਕਾਰ ਬਣਾਉਣ ਗਏ ਨੇ, ਕਾਂਗਰਸ ਕੋਲੇ ਉਹ ਬਚਾਉਣ, ਯਾਨੀ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਉਦੋਂ ਬੁਲਾਉਂਦੀ ਹੈ ਜਦੋਂ ਬਚਾਉਣਾ ਹੁੰਦਾ ਆਪਣਾ ਆਪ, ਜਾਂ ਆਪਣੀ ਪਾਰਟੀ ਬਚਾਉਣੀ ਹੁੰਦੀ ਹੈ, ਜਾਂ ਆਪਣੀ ਸਰਕਾਰ ਬਚਾਉਣੀ ਹੁੰਦੀ ਹੈ। ਇਸ ਕਰਕੇ ਇਹ ਜੋ ਕੈਮੀ ਨਹੀਂ ਬਣਦੇ। ਤਾਂ ਕਾਂਗਰਸ ਦੇ ਲਈ ਸੰਕਟ ਬਹੁਤ ਨੇ, ਦੇਸ਼ ਦੇ ਅੰਦਰ ਵੀ ਕਾਂਗਰਸ ਲਈ ਵੱਡਾ ਚੈਲੰਜ ਆ,
ਕਿਉਂਕਿ ਜੇ ਤੀਜੀ ਵਾਰ ਵੀ ਸੱਤਾ ਚ ਨਾ ਆਏ ਤਾਂ ਕਾਂਗਰਸ ਸਾਫ਼ ਹੋ ਜਾਏਗੀ। ਅਗਲੀਆਂ ਚੋਣਾਂ ਲਈ ਉਹ ਤਿਆਰੀ ਹੁਣੇ ਤੋਂ ਆਰੰਭ ਰਹੇ ਨੇ, ਇਸ ਕਰਕੇ ਉਹਨਾਂ ਦੀ ਪ੍ਰਾਇੋਰਟੀ ਇਕੱਲਾ ਪੰਜਾਬ ਨਹੀਂ ਹੋਏਗਾ। ਤਾਂ ਪੰਜਾਬ ਕਾਂਗਰਸ ਦੇ ਵਿੱਚ ਹਾਈ ਕਮਾਨ ਦੇ ਵੱਲੋਂ ਜੋ ਫੇਰਬਦਲ ਕਰਨੇ ਨੇ ਉਸ ਦਾ ਐਲਾਨ 1 ਜਾਂ 2 ਦਿਨਾਂ ਦੇ ਵਿੱਚ ਹੋ ਸਕਦਾ। ਇਹਨਾਂ ਐਲਾਨਾਂ ਤੋਂ ਬਾਅਦ ਕਾਂਗਰਸ ਦੇ ਜੋ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਕਿਹੋ ਜਿਹਾ ਰਿਐਕਸ਼ਨ ਦੇਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।